ਹੈਲੋ ਫਰੈਂਡਸ, ਤੁਹਾਡਾ ਸਵਾਗਤ ਹੈ ਪੰਜਾਬ ਸਟੱਡੀ ਆਈਕਿਊ ਚੈਨਲ ਦੇ ਉੱਤੇ। ਅੱਜ ਆਪਾਂ ਸਟਾਰਟ ਕਰਨ ਜਾ ਰਹੇ ਜੀ ਕੰਪਾਊਂਡ ਇੰਟਰਸਟ। ਉਮੀਦ ਕਰਦਾਂਗਾ ਤੁਸੀਂ ਇਸ ਵੀਡੀਓ ਨੂੰ ਪਸੰਦ ਜ਼ਰੂਰ ਕਰੋਗੇ। ਸ਼ੁਰੂ ਤੋਂ ਲੈ ਕੇ ਲਾਸਟ ਤੱਕ ਵੀਡੀਓ ਜ਼ਰੂਰ ਦੇਖੋ ਜੀ, ਫਿਰ ਹੀ ਤੁਹਾਡੇ ਕੁਝ ਪੱਲੇ ਪੈਣਾ। ਨੈਕਸਟ, ਕੰਪਾਊਂਡ ਇੰਟਰਸਟ ਸਭ ਤੋਂ ਪਹਿਲਾਂ ਆਪਾਂ ਕੀ ਰੱਖਣੇ, ਪੁਆਇੰਟਸ ਟੂ ਰਿਮੈਂਬਰ। ਜਿਹੜੀਆਂ ਕੁਝ ਯਾਦ ਰੱਖਣ ਯੋਗ ਗੱਲਾਂ ਹੋਣਗੀਆਂ ਤੁਹਾਡੇ, ਉਹ ਆਪਾਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ। ਪੁਆਇੰਟਸ ਟੂ ਰਿਮੈਂਬਰ। ਫਸਟ ਆਪਾਂ ਸਭ ਤੋਂ ਗੱਲ ਧਿਆਨ 'ਚ ਕੀ ਰੱਖਣਾ ਜੀ, ਪ੍ਰਿੰਸੀਪਲ। ਜਿਹੜਾ ਪ੍ਰਿੰਸੀਪਲ ਹੈ ਆਪਣਾ, ਪ੍ਰਿੰਸੀਪਲ ਮੈਨੇ ਮੂਲਧਨ ਨੂੰ ਹਮੇਸ਼ਾ ਆਪਾਂ ਕੀ ਮੰਨਣਾ ਜੀ, 100 ਮੰਨਣਾ। ਜਿਹੜਾ ਮੂਲਧਨ ਹੈ ਆਪਣਾ, ਉਸ ਨੂੰ ਆਪਾਂ ਹਮੇਸ਼ਾ ਕੀ ਮੰਨਣਾ, 100% ਮੰਨਣਾ ਜੀ। ਪ੍ਰਿੰਸੀਪਲ ਨੂੰ ਆਪਾਂ ਹਮੇਸ਼ਾ ਕੀ ਮੰਨਣਾ ਹੈ ਜੀ, 100% ਮੰਨਣਾ ਹੈ। ਅਤੇ ਦੂਜਾ ਪੁਆਇੰਟ, ਸਿੰਪਲ ਇੰਟਰਸਟ। ਸਿੰਪਲ ਜਿਹੜਾ ਸਾਧਾਰਨ ਵਿਆਜ ਹੈ ਜੀ, ਸਿੰਪਲ ਇੰਟਰਸਟ will same for every year। ਜਿਹੜਾ ਤੁਹਾਡਾ ਸਾਧਾਰਨ ਵਿਆਜ ਹੈ ਜੀ, ਸਿੰਪਲ ਇੰਟਰਸਟ ਨੂੰ ਆਪਾਂ SI ਨਾਲ ਡਿਨੋਟ ਕਰਾਂਗੇ ਜੇ ਚੈਪਟਰ ਜੀ। ਸਿੰਪਲ ਇੰਟਰਸਟ ਆ ਉਹ ਵਿਲ ਸੇਮ ਫॉर ਐਵਰੀ, ਮਤਲਬ ਹਰ ਇੱਕ ਸਾਲ ਦਾ। ਜੇਕਰ ਪਹਿਲੇ ਸਾਲ ਦਾ ਤੁਹਾਡਾ ਸਾਧਾਰਨ ਵਿਆਜ 10 ਰੁਪਏ ਹੈ ਤਾਂ ਦੂਜੇ ਸਾਲ ਦਾ ਵੀ 10 ਰੁਪਏ ਹੋਊਗਾ ਜੀ, ਤੀਜੇ ਸਾਲ ਦਾ ਵੀ। ਮਤਲਬ ਜਿੰਨਾ ਵੀ ਟਾਈਮ ਪੀਰੀਅਡ ਹੈ, ਸਿੰਪਲ ਇੰਟਰਸਟ ਕਦੇ ਵੀ ਕੀ ਨਹੀਂ ਹੋਣਾ, ਚੇਂਜ ਨਹੀਂ ਹੋਣਾ। ਜੋ ਸਿੰਪਲ ਇੰਟਰਸਟ ਪਹਿਲੇ ਸਾਲ ਹੈ ਉਹੀ ਅਗਲੇ ਸਾਲ ਰਹੇਗਾ, ਉਹੀ ਉਦੋਂ ਅਗਲੇ ਸਾਲ ਰਹੇਗਾ। ਬਟ ਇੱਕ ਚੀਜ਼ ਹੋਰ ਧਿਆਨ ਰੱਖਣੀ, ਫॉर ਫਸਟ ਈਅਰ ਸਿੰਪਲ ਇੰਟਰਸਟ ਬਿਕਮਸ ਇਕੁਅਲ ਟੂ ਕੰਪਾਊਂਡ। ਪਹਿਲੇ ਸਾਲ ਦਾ ਸਿੰਪਲ ਇੰਟਰਸਟ ਅਤੇ ਕੰਪਾਊਂਡ ਇੰਟਰਸਟ ਕੀ ਹੁੰਦਾ ਹੈ ਜੀ, ਬਰਾਬਰ ਹੁੰਦਾ ਹੈ। ਬਸ ਤੁਸੀਂ ਇਹਨਾਂ ਗੱਲਾਂ ਦਾ ਹੀ ਧਿਆਨ ਰੱਖਣਾ ਜੀ। ਬਾਕੀ ਜਦੋਂ ਕੁਐਸਚਨ ਆਉਣਗੇ ਤੁਹਾਨੂੰ ਅੱਗੇ ਦੱਸ ਦਿੱਤਾ ਜਾਊਗਾ। ਕੁਐਸਚਨ ਸਟਾਰਟ ਕਰਦੇ ਹਾਂ ਜੀ। ਪਹਿਲਾ ਕੰਪਾਊਂਡ ਇੰਟਰਸਟ ਦਾ ਟਾਈਪ ਵਾਈਜ਼। ਫਸਟ ਟਾਈਪ ਹੈ ਜੀ ਫਰੈਂਡਸ, ਫਸਟ ਕੁਐਸਚਨ ਹੈ, ਫਸਟ ਟਾਈਪ ਹੈ ਆਪਣੀ। ਇਹਦੇ ਵਿੱਚ ਕਰਾਂਗੇ ਆਪਾਂ ਟੂ ਫਾਈਂਡ ਆਰ, ਜਿਹਦੇ ਵਿੱਚ ਆਪਾਂ ਦਰ ਪਤਾ ਕਰਨੀ ਹੋ। ਆਰ ਕੀ ਹੈ, ਦਰ ਕੀ ਰਹੂ, ਰੇਟ ਕੀ ਰਿਹਾ ਹੋਊਗਾ। ਪਹਿਲਾ ਕੁਐਸਚਨ ਦੇਖੋ ਇਹਦੇ ਵਿੱਚ ਕੀ ਗਿਵਨ ਹੋਊਗਾ, ਇਹ ਸਮ ਆਫ ਰੁਪੀਜ਼। ਸਮ ਦਾ ਮਤਲਬ ਹੁੰਦਾ ਜੀ ਪ੍ਰਿੰਸੀਪਲ। ਜਿੱਥੇ ਵੀ ਸਮ ਲਿਖਿਆ ਆ ਜੇ ਕੁਐਸਚਨ ਦੇ ਵਿੱਚ, ਉਸ ਦਾ ਮਤਲਬ ਕੀ ਹੈ, ਪ੍ਰਿੰਸੀਪਲ। ਪ੍ਰਿੰਸੀਪਲ ਮਤਲਬ ਮੂਲਧਨ। ਕਹਿੰਦਾ ਇਹ ਸਮ ਆਫ ਰੁਪੀਜ਼ 80,000। ਕਹਿੰਦੇ ਇੱਕ ਮੂਲਧਨ ਸੀਗਾ ਜਿਹੜਾ ਕਿੰਨਾ ਸੀ ਜੀ, 80,000 ਰੁਪਏ ਸੀ, ਪ੍ਰਿੰਸੀਪਲ ਸੀ ਮਤਲਬ। ਬਿਕਮਸ 88,200। ਕਿੰਨਾ ਬਣ ਜਾਂਦੀ ਅਮਾਊਂਟ, ਬਿਕਮਸ ਬਣ ਗਿਆ ਜੀ। ਕੀ ਬਣ ਗਿਆ, ਬਿਕਮ। P ਬਿਕਮਸ A। ਇੱਕ ਮੂਲਧਨ 80,000 ਸੀ, ਉਹ ਕਿੰਨਾ ਬਣ ਜਾਂਦਾ ਜੀ, 88,200 ਬਣ ਜਾਂਦਾ ਜੀ। ਇਨ 2 ਈਅਰਸ, ਕਿੰਨੇ ਸਮੇਂ ਦੇ ਵਿੱਚ ਜੀ, 2 ਸਾਲਾਂ ਦੇ ਵਿੱਚ ਬਣ ਜਾਂਦੇ। ਆਪਾਂ ਨੂੰ ਪੁੱਛਿਆ ਦਰ ਕੀ ਰਹੀ ਹੋਊਗੀ, ਵੀ ਕਿੰਨੇ % ਦਰ ਰਹੀ ਹੋਊਗੀ, ਵੀ 80,000 ਰੁਪਏ 2 ਸਾਲਾਂ ਦੇ ਵਿੱਚ 88,200 ਰੁਪਏ ਬਣ ਜਾਣ। ਇਹਨਾਂ ਕੁਐਸਚਨਸ ਨੂੰ ਦੇਖੋ ਜੀ ਆਪਾਂ ਕਿਵੇਂ ਕਰਨਾ ਹੈ। ਤੁਹਾਨੂੰ ਪਤਾ ਹੈ ਜੀ 80,000 ਮੂਲਧਨ ਆਪਣਾ 80,000 ਹੈ, ਅਮਾਊਂਟ ਪ੍ਰਿੰਸੀਪਲ ਆਪਣਾ 80,000 ਹੈ ਜੀ, ਅਮਾਊਂਟ 88,200 ਬਣ ਜਾਂਦੇ ਹੈ ਜੀ। ਟਾਈਮ ਕਿੰਨਾ ਹੈ ਜੀ, ਟਾਈਮ ਕਿੰਨਾ ਹੀ, ਟਾਈਮ ਆਪਣੇ ਕੋਲ 2 ਈਅਰਸ ਹੈ। ਤੁਸੀਂ ਕੁਛ ਨਹੀਂ ਕਰਨਾ, ਜਿਹੜੀ ਕਾਮਨ ਟਰਮਸ ਨੇ, ਕਾਮਨ ਟਰਮਸ ਨੂੰ ਜੀ ਕੈਂਸਲ ਆਊਟ ਕਰੋ, ਜਿਹੜਾ ਕੱਟਿਆ ਜਾਂਦਾ ਹੈ। ਮੀਨਸ ਆਪਣੇ ਕੋਲ ਆ ਗਿਆ ਜੀ 800 ਬਿਕਮਸ ਰੁਪੀਜ਼ 882। ਕੈਂਸਲ ਆਊਟ ਕਰ ਦਿਓ ਜੀ, ਦੁਬਾਰੇ 2 ਨਾਲ ਦੁਬਾਰੇ ਕੈਂਸਲ ਹੋ ਜਾਣਗੇ ਜੀ। ਦੁਬਾਰੇ ਦੋਨੇ ਪਾਸੇ 2 4 8, 2 4 8, 2 4 8, 2 1 2। 2 ਈਅਰਸ ਹੈ ਜੀ। ਜੇਕਰ 2 ਈਅਰਸ ਹੈ, ਤੁਸੀਂ ਬਸ ਇਹਦਾ ਸਕੇਅਰ ਰੂਟ ਲੈ ਲੈਣੇ ਆ। 2 ਈਅਰਸ ਹੈ, ਇਹਦਾ ਕੀ ਲੈ ਲੈਣਾ ਜੀ, ਸਕੇਅਰ ਰੂਟ। 400 ਦਾ ਵਰਗਮੂਲ ਕੀ ਹੋਊਗਾ ਜੀ, 20 ਹੋਊਗਾ। ਜੇਕਰ 441 ਦਾ ਵਰਗਮੂਲ ਨਿਕਾਲੋਗੇ ਤੁਸੀਂ, ਕੀ ਹੁੰਦਾ ਜੀ, 21 ਹੁੰਦਾ ਹੈ। 441 ਦਾ ਕੀ ਹੁੰਦਾ ਹੈ ਜੀ, 21 ਹੁੰਦਾ। ਹੁਣ ਆਪਣਾ ਪ੍ਰਿੰਸੀਪਲ 20 ਸੀਗਾ ਜੀ, ਕਿੰਨਾ ਬਣ ਗਿਆ ਜੀ, 21 ਬਣ ਗਿਆ। ਕਿੰਨਾ ਵੱਧ ਗਿਆ ਜੀ, 1 ਵੱਧ ਗਿਆ। ਕਿੰਨੇ ਤੋਂ, 20 ਤੋਂ। ਤਾਂ ਦਰ ਕਿੰਨੀ ਹੋਊਗੀ ਜੀ, 1/20 ਗੁਣਾ 100। ਸਿੰਪਲ ਆਪਾਂ ਕਰ ਲਾਂਗੇ 20 ਪੰਜੇ 100। ਮਿਲ ਰੇਟ ਕਿੰਨੀ ਰਹੀ ਹੋਊਗੀ ਜੀ, 5% ਦਰ ਰਹੀ ਹੋਊਗੀ ਜੀ। ਰੇਟ ਕਿੰਨੀ ਰਹੀ ਹੋਊਗੀ ਜੀ, 5% ਰਹੀ ਹੋਊਗੀ। ਹੁਣ ਨੈਕਸਟ ਕੁਐਸਚਨ ਹੈ। ਨੈਕਸਟ ਕੁਐਸਚਨ ਜੇਕਰ ਇਸੇ ਨੂੰ ਕਰਦੇ ਹਾਂ, ਮੰਨ ਲਓ ਆਪਣਾ ਰੁਪੀਜ਼ ਸੀਗੇ 2 ਲੱਖ ਸੀ, ਇਹ ਸਮ ਆਫ ਰੁਪੀਜ਼ 2 ਲੱਖ, 2 ਲੱਖ ਰੁਪਈਆ ਸੀ ਜੀ। ਬਿਕਮਸ ਰੁਪੀਜ਼ 2, ਬਿਕਮਸ ਰੁਪੀਜ਼ ਹੁਣ ਦੇਖੋ ਜੀ ਆਪਣਾ ਨੈਕਸਟ ਕੁਐਸਚਨ ਹੈ। ਪਹਿਲਾਂ ਆਪਾਂ ਕੁਐਸਚਨ ਕਰਿਆ ਸੀ 2 ਈਅਰਸ ਲਈ, ਹੁਣ ਆਪਣਾ ਕੁਐਸਚਨ ਹੈ 3 ਈਅਰਸ ਲਈ। ਕਹਿੰਦਾ ਇਹ ਸਮ ਆਫ ਰੁਪੀਜ਼ 2 ਲੱਖ, ਇੱਕ 2 ਲੱਖ ਰੁਪਈਆ ਹੈਗਾ, ਆਪਣੇ ਕੋਲ ਕਿੰਨਾ ਬਣ ਜਾਂਦੀ, 2,66,200 ਰੁਪਏ ਬਣ ਜਾਂਦੀ। ਕਿੰਨੇ ਸਾਲਾਂ ਵਿੱਚ ਬਣ ਜਾਂਦਾ, 3 ਸਾਲਾਂ ਵਿੱਚ। ਆਪਾਂ ਕੀ ਫਾਈਂਡ ਆਊਟ ਕਰਨੀ ਹੈ ਜੀ, ਆਰ ਪਤਾ ਕਰਨਾ ਹੈ। ਸਿੰਪਲ ਜਿਹੜੀ ਚੀਜ਼ ਕੱਟੀ ਜਾਂਦੀ ਹੈ ਕੱਟ ਦਿਓ ਜੀ। 2 ਨਾਲ 2 ਲੱਖ ਸੀ ਜੀ, 2 ਨਾਲ ਫਿਰ ਦੁਬਾਰੇ ਕੱਟ ਦਿਓ ਜੀ, ਇੱਧਰ 100 ਆ ਜਾਏਗਾ ਜੀ।
इधर कितना जी, इधर 1000 आ जाएगा, इधर क्या आ जाएगा 1331 आ जाएगा जी 1000। 2 ਸਾਲਾਂ ਲਈ ਆਪਾਂ ਸਕੁਏਅਰ ਰੂਟ ਕੀਤਾ ਸੀ, ਇਹ 3 ਸਾਲਾਂ ਲਈ ਆਪਾਂ ਕੀ ਕਰਨਾ ਪਊਗਾ ਜੀ, ਕਿਊਬ ਰੂਟ ਕਰਨਾ ਪਊਗਾ। ਕਿਊਬ ਰੂਟ ਮੀਨਸ 1/3 ਕਿਊਬ ਰੂਟ ਕਰਨਾ ਪਊਗਾ 3 ਸਾਲਾਂ ਲਈ। 2 ਸਾਲਾਂ ਲਈ ਆਪਾਂ 1/2 ਕਰਿਆ ਸੀ, 3 ਸਾਲਾਂ ਲਈ ਕੀ ਕਰਾਂਗੇ 1/3 ਕਰਾਂਗੇ। 1000 ਨੂੰ ਕਿੰਨਾ 10 ਦੀ ਪਾਵਰ 3, 13 31 ਕੀ ਹੈ ਜੀ 11 ਦੀ ਪਾਵਰ 3 ਦੀ ਪਾਵਰ 1/3। 3 ਨਾਲ 3 ਕੈਂਸਲ ਆਊਟ ਹੋ ਜਾਣਗੇ ਦੋਨੇ, ਮੀਨ 10 ਬਿਕਮਸ 10 ਰੁਪਏ ਕਿੰਨੇ ਬਣ ਗਏ ਜੀ 11 ਬਣ ਗਏ। ਕਿੰਨੇ ਵੱਧ ਗਏ ਜੀ, ਰੁਪਈਆ ਵੱਧ ਗਿਆ। ਕਿੰਨਾ ਸੀ ਜੀ 10 ਰੁਪਏ, ਕੀ ਦਰ ਰਹੀ ਹੋਈ 1/10 ਗੁਣਾ 100, ਕਿੰਨਾ ਰਿਹਾ ਜੀ 10% ਆਪਣਾ ਕੀ ਆ ਗਿਆ ਜੀ ਆਨਸਰ ਆ ਗਿਆ। ਸਿਮਿਲਰਲੀ ਜੇਕਰ ਟਾਈਮ ਕਿੰਨਾ ਹੋ ਜਾਏ ਜੀ 4 ਸਾਲ ਹੋ ਜਾਏ। ਨੈਕਸਟ ਕੁਐਸਚਨ ਹੈ ਜੀ, ਕਹਿੰਦਾ ਇਹ ਸਮ ਆਫ ਰੁਪੀਜ਼ 6250 becomes 12960 in 4 years। 2 ਸਾਲਾਂ ਲਈ ਆਪਾਂ ਕੀ ਕਰਿਆ ਜੀ ਸਕੁਏਅਰ ਰੂਟ ਕਰਿਆ, 3 ਸਾਲਾਂ ਲਈ ਆਪਾਂ ਕਿਊਬ ਰੂਟ ਕਰਿਆ, ਹੁਣ 4 ਸਾਲਾਂ ਲਈ ਆਪਾਂ ਕਰਾਂ ਜੇਕਰ ਕੋਈ ਚੀਜ਼ ਕੱਟੀ ਜਾਂਦੀ ਕੱਟ ਦਾਂਗੇ ਜੀ ਆਪਾਂ। 4 ਸਾਲਾਂ ਲਈ ਕਰਾਂਗੇ ਜੀ ਆਪਾਂ ਡਬਲ ਸਕੁਏਅਰ ਰੂਟ। ਪਹਿਲਾਂ ਸਕੁਏਅਰ ਰੂਟ ਕਰਦੇ ਹਾਂ ਕਿੰਨਾ ਹੈ 625 ਦਾ ਸਕੁਏਅਰ ਰੂਟ 25 ਆਏਗਾ ਜੀ। 1296 ਦਾ ਕਿੰਨਾ ਹੈਗਾ ਜੀ 36 ਆਏਗਾ ਜੀ। ਠੀਕ ਹੈ ਜੀ, ਡਬਲ ਸਕੁਏਅਰ ਰੂਟ ਕਰਨਾ ਹੈ ਕਿਉਂਕਿ 4 ਸਾਲ ਨੇ ਜੀ, ਫਿਰ ਦੁਬਾਰਾ ਇਸ ਚੀਜ਼ ਦਾ ਸਕੁਏਅਰ ਰੂਟ ਕਰ ਦਾਂਗੇ ਜੀ ਆਪਾਂ। 25 ਦਾ 5 ਆ ਜਾਏਗਾ ਜੀ, 36 ਦਾ ਕਿੰਨਾ ਆ ਜਾਏਗਾ ਜੀ 6 ਆ ਜਾਏਗਾ ਜੀ। ਕਿੰਨਾ ਵੱਧ ਗਿਆ ਜੀ 1 ਵੱਧ ਗਿਆ। ਪਹਿਲਾਂ ਕਿੰਨਾ ਸੀ ਜੀ 5 ਸੀ ਗੁਣਾ 100, ਰੇਟ ਕਿੰਨੀ ਆਈ ਜੀ 20%। ਇਹ ਆਪਣੀ ਆ ਗਈ ਜੀ 4 ਸਾਲਾਂ ਵਾਸਤੇ। ਕਲੀਅਰ ਹੈ ਜੀ। ਨੈਕਸਟ ਟਾਈਪ ਕਰਦੇ ਹਾਂ ਜੀ ਆਪਾਂ ਆਪਣੀ ਇਹ ਵਿੱਚ ਆਪਾਂ ਟਾਈਮ ਕੈਲਕੂਲੇਟ ਕਰਾਂਗੇ। ਕੁਐਸਚਨ ਹੈ ਜੀ ਦੇਖੋ ਤੁਹਾਡੇ ਕੋਲੇ, ਕਹਿੰਦਾ ਇਫ ਏ ਸਮ ਆਫ ਮਨੀ, ਇਫ ਏ ਸਮ ਆਫ ਮਨੀ, ਸਮ ਮੀਨਸ ਪ੍ਰਿੰਸੀਪਲ, ਇੱਕ ਮੂਲਧਨ ਹੈ। ਇਫ ਏ ਸਮ ਆਫ ਮਨੀ P ਬਿਕਮਸ ਟਵਾਈਸ, ਉਹ ਦੁੱਗਣਾ ਹੋ ਜਾਂਦਾ ਹੈ, ਬਿਕਮਸ ਦੁੱਗਣਾ ਹੋ ਜਾਂਦਾ ਇਨ 7 ਈਅਰਸ। ਕਹਿੰਦੇ ਇਹ ਸਮ ਆਫ ਰੁਪੀਜ਼ ਬਿਕਮ ਟਵਾਈਸ ਇਨ 7 ਈਅਰਸ ਐਟ ਅ ਸਰਟੇਨ ਰੇਟ ਆਫ ਕੰਪਾਊਂਡ ਇੰਟਰਸਟ। ਕਹਿੰਦਾ ਇੱਕ ਪ੍ਰਿੰਸੀਪਲ ਹੈ ਜੋ 7 ਸਾਲਾਂ ਦੇ ਵਿੱਚ ਕੀ ਹੋ ਜਾਂਦਾ ਜੀ ਦੁੱਗਣਾ ਹੋ ਜਾਂਦਾ ਹੈ। ਦੈਨ ਇਨ ਵਾਟ ਟਾਈਮ ਇਟ ਵਿਲ ਬਿਕਮਸ, ਤੇ ਉਹਨੂੰ ਕਿੰਨਾ ਟਾਈਮ ਲੱਗੂਗਾ 4 ਗੁਣਾ ਹੋਣ ਦੇ ਵਿੱਚ, 4 ਟਾਈਮਸ ਹੋਣ ਦੇ ਵਿੱਚ, 8 ਟਾਈਮਸ 8 ਗੁਣਾ ਹੋਣ ਦੇ ਵਿੱਚ, 16 ਟਾਈਮਸ ਹੋਣ ਦੇ ਵਿੱਚ, 32 ਟਾਈਮਸ ਹੋਣ ਆਪਦਾ 32 ਗੁਣਾ ਹੋਣ ਦੇ ਵਿੱਚ ਕਿੰਨਾ ਟਾਈਮ ਲੱਗੂਗਾ। ਇਹ ਆਪਾਂ ਨੂੰ ਪੁੱਛਿਆ ਜੀ। ਕੁਛ ਵੀ ਨਹੀਂ ਕਰਨਾ ਇਹਦੇ ਵਿੱਚ, ਜਿਹੜਾ ਵੀ ਆਪਾਂ ਬਹੁਤ ਸਿੰਪਲ ਤਰੀਕਾ ਹੈ। ਆਪਾਂ ਨੂੰ ਪੁੱਛਿਆ P ਬਿਕਮਸ 2P, ਆਪਾਂ ਨੂੰ ਦਿੱਤਾ ਕਿੰਨੇ ਸਾਲਾਂ 'ਚ ਹੁੰਦਾ ਜੀ 7 ਸਾਲ। ਉਹਨਾਂ ਨੂੰ ਆਪਾਂ ਨੂੰ ਪੁੱਛਿਆ P ਬਿਕਮਸ 4P ਕਦੋਂ ਹੋਏਗਾ, P ਬਿਕਮਸ 4P ਕਦੋਂ ਹੋਏਗਾ। 4P ਕੀ ਹੈ ਜੀ 4P ਕੁਛ ਨਹੀਂ ਹੈ। 4P ਨੂੰ ਮੈਂ 2 ਦੀ ਪਾਵਰ 2 ਹੀ ਹੈ ਜੀ। 4 ਟਾਈਮਸ ਕੀ ਹੈ ਮੀਨਸ 2 ਦੀ ਪਾਵਰ 2 ਹੈ। 2 ਦੀ ਪਾਵਰ 2 ਹੈ ਮੀਨਸ ਕਿੰਨਾ ਹੈ ਜੀ 2 ਦੀ ਪਾਵਰ 2। ਜਿੰਨੀ ਵੀ ਪਾਵਰ ਹੈ ਜੀ, ਪਾਵਰ ਨੂੰ ਸਿੰਪਲੀ ਤੁਸੀਂ ਕੀ ਕਰ ਦੇਣਾ ਜੀ, ਰਿਕੁਆਇਰਡ ਟਾਈਮ ਹੈ ਜਿਹੜਾ, ਟਾਈਮ ਦੇ ਨਾਲ ਕੀ ਕਰ ਦੇਣਾ ਜੀ ਮਲਟੀਪਲਾਈ ਕਰ ਦੇਣਾ। ਟਾਈਮ ਦੇ ਨਾਲ ਕੀ ਕਰ ਦੇਣਾ ਜੀ ਮਲਟੀਪਲਾਈ ਕਰ ਦੇਣਾ। 2 ਦੀ ਪਾਵਰ 2 ਸੀ, 7 ਨਾਲ ਮਲਟੀਪਲਾਈ ਕਰੋਗੇ 2 × 7 ਮੀਨਸ 14 ਈਅਰਸ ਦੇ ਵਿੱਚੋਂ ਰੁਪਈਆ ਪ੍ਰਿੰਸੀਪਲ ਕਿੰਨਾ ਹੋਊਗਾ ਜੀ 4 ਗੁਣਾ ਹੋ ਜਾਏਗਾ। 14 ਈਅਰਸ ਦੇ ਵਿੱਚ ਕੀ ਹੋ ਜਾਏਗਾ ਜੀ 4 ਗੁਣਾ ਹੋ ਜਾਏਗਾ। ਜੇਕਰ ਮੈਨੂੰ ਪੁੱਛਿਆ ਹੁੰਦਾ ਵੀ 8 ਗੁਣਾ ਕਿੰਨੇ ਦਾ, 8 ਗੁਣਾ ਕਿੰਨੇ ਸਮੇਂ 'ਚ ਹੋਊਗਾ, 8P ਨੂੰ ਮੈਂ ਲਿਖ ਸਕਦਾ 2 ਦੀ ਪਾਵਰ 3। 2 ਦੀ ਪਾਵਰ 3 ਹੈ, ਟਾਈਮ ਕਿੰਨਾ ਹੈ 7, 3 × 7 ਕਰ ਦੋਗੇ ਜੀ ਆਂਸਰ ਆ ਜਾਏਗਾ 3 7 ਦਾ 21 ਈਅਰਸ ਦੇ ਵਿੱਚੋਂ ਪੈਸਾ ਕਿੰਨਾ ਹੋਊਗਾ ਜੀ 8 ਗੁਣਾ ਹੋ ਜਾਊਗਾ। ਸਿਮਿਲਰਲੀ 16 ਗੁਣਾ ਵਾਸਤੇ ਜੀ P ਨੂੰ 16P ਬਣਾਉਣਾ ਮੀਨਸ 2 ਦੀ ਪਾਵਰ 4 ਬਣਾਉਣਾ ਜੀ 4 ਗੁਣਾ। ਜਿਹੜਾ ਆਪਣਾ ਗਿਵਨ ਟਾਈਮ ਹੈ ਆਪਾਂ ਨੂੰ 2 4 7 28 ਸਾਲਾਂ ਦੇ ਵਿੱਚ ਕਿੰਨਾ ਹੋ ਜਾਊਗਾ ਜੀ ਪੈਸਾ, ਉਹ 16 ਗੁਣਾ ਹੋ ਜਾਏਗਾ। ਸਿਮਿਲਰਲੀ 32 ਵਾਸਤੇ ਜੀ ਤੁਸੀਂ ਗਾਹਾਂ ਕਰ ਸਕਦੇ ਹੋ। ਨੈਕਸਟ ਕੁਐਸਚਨ ਹੈ ਜੀ, ਇਹ ਆਪਾਂ ਟਵਾਈਸ ਲਈ ਕੀਤਾ ਹੈ। ਜੇਕਰ ਮੂਲਧਨ ਆਪਣਾ ਦੁੱਗਣਾ ਹੋ ਰਿਹਾ ਸੀ ਤਾਂ ਆਪਾਂ ਨੂੰ ਜਿਹੜੀ ਵੀ ਚੀਜ਼ ਪੁੱਛੀ ਗਈ ਹੈ, ਚਾਹੇ 4 ਟਾਈਮਸ ਪੁੱਛਿਆ ਹੈ, 8 ਟਾਈਮਸ ਪੁੱਛਿਆ ਹੈ, 16 ਟਾਈਮਸ ਪੁੱਛਿਆ ਹੈ, 32 ਟਾਈਮਸ ਪੁੱਛਿਆ ਹੈ, ਜਿਹੜੀ ਵੀ ਚੀਜ਼ ਪੁੱਛੀ ਆਪਾਂ ਨੂੰ 2 ਦੀ ਪਾਵਰ ਦੇ ਵਿੱਚ ਪੁੱਛੀ ਹੈ, ਆਪਾਂ ਸਿਰਫ ਉਹਨੂੰ 2 ਦੀ ਪਾਵਰ ਦੇ ਵਿੱਚ ਚੇਂਜ ਕਰ ਲੈਣਾ ਜੀ। ਜਿਹੜੀ ਪਾਵਰ ਹੋਊ ਉਹਨੂੰ ਦਿੱਤੇ ਹੋਏ ਸਮੇਂ ਦੇ ਨਾਲ ਆਪਾਂ ਗੁਣਾ ਕਰ ਲੈਣਾ, ਆਪਣਾ ਰਿਕੁਆਇਰਡ ਆਂਸਰ ਆ ਜਾਊਗੀ। ਨੈਕਸਟ ਕੁਐਸਚਨ ਹੈ ਜੀ, ਇਫ ਏ ਸਮ ਆਫ ਰੁਪੀਜ਼ ਬਿਕਮਸ ਥਰਾਈਸ। ਦੇਖੋ ਜਿਹੜਾ ਆਪਾਂ ਫਸਟ ਕੁਐਸਚਨ ਕਰਿਆ ਸੀਗਾ, ਫਸਟ ਕੁਐਸਚਨ ਦੇ ਵਿੱਚ ਕੀ ਸੀਗਾ ਜੀ, ਇਫ ਏ ਸਮ ਆਫ ਮਨੀ ਬਿਕਮਸ ਟਵਾਈਸ ਹੋ ਰਹੇ ਸੀਗੇ, ਟਵਾਈਸ ਹੋ ਰਹੇ ਸੀ ਕਿਸੇ ਗਿਵਨ ਇੰਟਰਵਲ ਆਫ ਟਾਈਮ ਦੇ ਵਿੱਚ। ਅਤੇ ਜਿਹੜੇ ਆਪਾਂ ਨੂੰ ਪੁੱਛਿਆ ਸੀ ਵੀ ਸਮ ਆਫ ਰੁਪੀਜ਼ ਬਿਕਮ 4 ਟਾਈਮਸ, 8 ਟਾਈਮਸ, 16 ਟਾਈਮਸ, ਵੀ ਜਿਹੜੀ ਵੀ ਚੀਜ਼ ਆਪਾਂ ਨੂੰ ਪੁੱਛੀ ਜਾ ਰਹੀ ਸੀ ਉਹ 2 ਦੀ ਪਾਵਰ ਦੀ ਪੁੱਛੀ ਜਾ ਰਹੀ ਸੀ। ਹੁਣ ਆਪਣਾ ਨੈਕਸਟ ਕੁਐਸਚਨ ਹੈ ਜਿਹਦੇ ਵਿੱਚ ਕੀ ਲਿਖਿਆ ਹੋਇਆ ਦੇਖੋ, ਇਫ ਏ ਸਮ ਆਫ ਮਨੀ ਬਿਕਮਸ ਥਰਾਈਸ, ਸਮ ਆਫ ਮਨੀ ਕਿੰਨਾ ਹੋ ਜਾਏ ਜੀ ਥਰਾਈਸ ਹੋ ਜਾਏ, ਤਿੱਗੁਣਾ ਹੋ ਜਾਏ। ਇਹਨੇ ਗਿਵਨ ਕਿੰਨੇ ਸਾਲਾਂ 'ਚ ਹੋ ਰਿਹਾ ਜੀ 8 ਸਾਲਾਂ ਦੇ ਵਿੱਚ। 8 ਸਾਲਾਂ ਦੇ ਇੱਕ ਸਮ ਆਫ ਰੁਪੀਜ਼ P ਸੀ ਤੁਹਾਡਾ, ਉਹ ਕੀ ਬਣ ਗਿਆ ਜੀ 3P। ਤੇ ਉਹਨੂੰ ਆਪਾਂ ਨੂੰ ਪੁੱਛਿਆ ਕੀ ਜਾ ਰਿਹਾ ਵੀ 9 ਟਾਈਮਸ ਕਿੰਨੇ ਟਾਈਮ 'ਚ ਹੋ ਜਾਊਗਾ ਜੀ, ਕਿੰਨੇ ਟਾਈਮ 'ਚ ਲੱਗੂਗਾ ਵੀ 9 ਗੁਣਾ ਹੋ ਜੇ, ਅਤੇ ਕਿੰਨਾ ਟਾਈਮ ਲੱਗੂਗਾ ਵੀ ਮੇਰਾ P ਕਿੰਨਾ ਹੋ ਜੇ 27P ਹੋ ਜੇ। ਸਿੰਪਲ ਉਹੀ ਕਰਨੀ, ਉਹਦੇ ਵਿੱਚ 2 ਟਾਈਮਸ ਦੇ ਵਿੱਚ ਆਪਾਂ 2 ਦੀ ਪਾਵਰ ਦੇਖਦੇ ਸੀ ਜੀ, ਹੁਣ 3 ਟਾਈਮਸ ਦੇ ਵਿੱਚ ਆਪਾਂ 3 ਦੀ ਪਾਵਰ ਲਿਖ ਰਹੇ, ਜਿਵੇਂ 9 ਟਾਈਮਸ ਕਰਨਾ ਹੈ ਜੀ ਆਪਾਂ ਇਹਨੂੰ। 9 ਕੀ ਹੁੰਦਾ ਜੀ 3 ਦੀ ਪਾਵਰ 2।
2 ਇੰਟੂ ਜਿੰਨੀ ਪਾਵਰ ਹੈ ਉਹਨੂੰ ਰਿਕੁਆਇਰਡ ਨੰਬਰ ਆਫ ਡੇਜ਼ ਦੇ ਨਾਲ ਰਿਕੁਆਇਰਡ ਨੰਬਰ ਆਫ ਟਾਈਮ ਨਾਲ ਗੁਣਾ ਕਰ ਦਿਆਂਗੇ ਆਪਾਂ। ਕਿੰਨੇ ਸਾਲਾਂ 'ਚ ਹੋ ਜਾਏਗੀ 16 ਸਾਲਾਂ ਦੀ। ਤੇ ਆਪਾਂ ਨੂੰ ਬੀ ਪਾਰਟ ਪੁੱਛਿਆ ਜੀ ਵੀ ਉਹ 27 ਟਾਈਮਸ ਕਿੰਨੇ ਚਿਰ 'ਚ ਹੋ ਜਾਊਗਾ। 27 ਮੀਨਸ 3 ਦੀ ਪਾਵਰ 3 ਮਲਟੀਪਲਾਈ ਗਿਵਨ ਨੰਬਰ ਆਫ ਟਾਈਮ ਇੰਟੂ 8 ਈਅਰਸ ਮੀਨਸ 24 ਈਅਰਸ 'ਚੋਂ ਕਿੰਨਾ ਹੋ ਜਾਏਗਾ ਜੀ 27 ਟਾਈਮਸ ਹੋ ਜਾਏਗਾ। ਤੇ 16 ਈਅਰਸ ਦੇ ਵਿੱਚ ਕਿੰਨਾ ਹੋ ਜਾਏਗਾ ਜੀ 9 ਟਾਈਮਸ ਹੋ ਜਾਏਗਾ। ਨੈਕਸਟ ਕੁਐਸਚਨ ਕਰਦੇ ਹਾਂ ਜੀ ਆਪਾਂ। ਕੁਐਸਚਨ ਹੈ ਜੀ ਕੀ ਕਹਿੰਦਾ ਹੈ ਇਫ ਏ ਸਮ ਆਫ ਮਨੀ ਬਿਕਮਸ ₹6600 ਕਹਿੰਦੇ ਇੱਕ ਸਮ ਆਫ ਮਨੀ ਹੈ ਪੀ ਜੀ। ਉਹ ਨੈਕਸਟ ਕੁਐਸਚਨ ਦੇਖੋ ਕਹਿੰਦਾ ਹੈ ਇਫ ਏ ਸਮ ਆਫ ਮਨੀ ਬਿਕਮਸ ₹6600 ਇਨ 6 ਈਅਰਸ। ਇਹ ਸਮ ਆਫ ਮਨੀ ਪੀ ਹੈ ਇਹ ਕਿੰਨਾ ਬਣ ਜਾਂਦਾ 6600 ਬਣ ਜਾਂਦਾ ਹੈ। ਕਿੰਨੇ ਸਾਲਾਂ ਦੇ ਵਿੱਚ ਜੀ 6 ਸਾਲਾਂ ਦੇ ਵਿੱਚ। 6 ਸਾਲਾਂ ਦੇ ਵਿੱਚ ਕਿੰਨਾ ਬਣ ਜਾਂਦਾ 6600 ਐਟ ਅ ਸਰਟੇਨ ਰੇਟ ਆਫ ਕੰਪਾਊਂਡ ਇੰਟਰਸਟ ਵੀ ਕਿਸੇ R% ਤੇ ਇਹ ਕਿਸੇ ਦਰ ਤੇ 6 ਸਾਲਾਂ ਦੇ ਵਿੱਚ ਪੀ ਹੈ 6600 ਬਣ ਜਾਂਦਾ ਜੀ। ਵਾਈਲ ਇਟ ਬਿਕਮਸ 9900 ਇਨ 12 ਈਅਰਸ। ਵਾਈਲ ਜਿਹੜਾ ਇਹ ਪ੍ਰਿੰਸੀਪਲ ਹੈ ਪਰ 12 ਸਾਲਾਂ ਦੇ ਵਿੱਚ ਮੀਨਸ 6 ਸਾਲ ਇਹ ਹੋ ਗਈ 6 ਸਾਲ ਹੋਰ ਹੋ ਗਏ 12 ਸਾਲਾਂ ਦੇ ਵਿੱਚ ਕਿੰਨਾ ਬਣ ਜਾਂਦਾ ਜੀ 9900 ਰੁਪਏ ਬਣ ਜਾਂਦੇ। ਤਾਂ ਆਪਾਂ ਨੂੰ ਪੁੱਛਿਆ ਉਹ ਪ੍ਰਿੰਸੀਪਲ ਕੀ ਹੋਏਗਾ। ਤਾਂ ਆਪਾਂ ਨੂੰ ਕੀ ਪੁੱਛਿਆ ਜੀ ਉਹ ਪ੍ਰਿੰਸੀਪਲ ਕੀ ਹੋਏਗਾ। ਕੁਛ ਨਹੀਂ ਕਰਨਾ ਜੀ ਇਹਦੇ ਵਿੱਚ ਸਿਰਫ ਜਿਹੜੀ ਤੁਹਾਡੀ ਮਿਡਲ ਟਰਮ ਹੈ ਮਿਡਲ ਟਰਮ ਐਂਡਸ ਦੀ ਗੁਣਾ ਕਰ ਦੇਣੀ ਹੈ ਜੀ ਪੀ ਇੰਟੂ 9900 ਦੈਨ ਜਿਹੜੀ ਮਿਡਲ ਟਰਮ ਹੈ ਤੁਹਾਡੀ ਮਿਡਲ ਟਰਮਸ ਨੂੰ ਤੁਸੀਂ 2 ਟਾਈਮਸ ਮਲਟੀਪਲਾਈ ਕਰ ਦੇਣਾ। ਹੋਰ ਕੁਛ ਨਹੀਂ ਕਰਨਾ ਜੀ ਇਹਦੇ ਵਿੱਚ। ਚਾਹੇ ਤੁਹਾਨੂੰ ਪੀ ਦਿੱਤਾ ਹੋਵੇ ਮਿਡਲ ਟਰਮ ਪੁੱਛੀ ਹੋਵੇ ਚਾਹੇ ਤੁਹਾਨੂੰ ਆਹ ਦੋਨੇ ਦਿੱਤੇ ਹੋਣ ਆਹ ਪੁੱਛਿਆ ਹੋਵੇ ਇਕੱਲੀ ਤੁਸੀਂ ਗੌਰ ਇੱਕ ਗੱਲ ਦੀ ਰੱਖਣੀ ਹੈ ਵੀ ਜਿਹੜਾ ਟਾਈਮ ਹੋਊਗਾ ਉਹ ਦੁੱਗਣਾ ਹੋਊਗਾ। ਵੀ ਪੀ ਪਹਿਲਾਂ 6 ਸਾਲਾਂ 'ਚ ਇਹ ਬਣਿਆ ਜੇਕਰ 6 ਸਾਲ ਹੋਰ ਇਹਨੂੰ ਗਾਹਾਂ ਰੱਖਦੇ 12 ਸਾਲ ਰੱਖਦੇ ਵੀ ਟੋਟਲ ਟਾਈਮ ਪੀਰੀਅਡ ਨੈਕਸਟ ਸਿਚੁਏਸ਼ਨ 'ਚ ਕਹਿੰਦੇ 12 ਸਾਲ ਵੀ ਦੁੱਗਣੇ ਟਾਈਮ ਪੀਰੀਅਡ ਦੇ ਵਿੱਚ ਤੁਹਾਨੂੰ ਹੋਰ ਰਕਮ ਦਿੱਤੀ ਹੋਈ ਹੈ ਤਾਂ ਤੁਸੀਂ ਸਿਰਫ ਇਸ ਰਾਸਤੇ ਨੂੰ ਫੋਲੋ ਕਰਨਾ ਹੈ ਤੇ ਇਹਨੂੰ ਸੋਲਵ ਕਰ ਲੈਣਾ ਜੀ। ਪੀ ਕੀ ਆ ਜਾਊਗਾ ਜੀ ਆਪਣਾ 6600 ਇੰਟੂ 6600 ਅਪੋਨ 9900 ਅਪੋਨ 2 0 ਨਾਲ 2 0 ਕੱਢ ਦਿਓ ਜੀ 33 22 3 ਏਕਮ 3 33 2 ਠੀਕ ਹੈ ਜੀ। ਕਿੰਨਾ ਬਣ ਗਿਆ ਜੀ 4400 ਰੁਪਏ ਬਣ ਗਿਆ ਜੀ। ਕਿੰਨਾ ਰੁਪਏ ਬਣ ਗਿਆ ਜੀ ਮਤਲਬ ਆਪਣਾ ਪ੍ਰਿੰਸੀਪਲ ਕਿੰਨਾ ਸੀ ਜੀ 4400 ਰੁਪਏ ਸੀਗਾ। ਠੀਕ ਹੈ ਜੀ। ਨੈਕਸਟ ਕੁਐਸਚਨ ਕਰ ਹੁਣ ਤੱਕ ਆਪਾਂ 3 ਟਾਈਪਸ ਕਰ ਲਈਆਂ ਤੁਹਾਨੂੰ ਪਹਿਲੀ ਟਾਈਪ ਦੇ ਵਿੱਚ ਤੁਹਾਨੂੰ ਆਰ ਕੱਢਣਾ ਸਿਖਾਇਆ ਜੀ। ਸੈਕਿੰਡ ਟਾਈਪ ਦੇ ਵਿੱਚ ਆਪਾਂ ਟਾਈਮ ਕੱਢਣਾ ਦੇਖਿਆ ਜੀ ਵੀ ਜੋ ਟਵਾਈਸ ਹੋ ਜੇ ਥਰਾਈਸ ਹੋ ਜੇ ਸਮ ਆਫ ਰੁਪੀਜ਼ ਕਿਸੇ ਵੀ ਗਿਵਨ ਇੰਟਰਵਲ ਆਫ ਟਾਈਮ ਦੇ ਵਿੱਚ। ਠੀਕ ਹੈ ਜੀ। ਥਰਡ ਵਨ ਆਪਾਂ ਕਰਿਆ ਵੀ ਟਾਈਮ ਦੁੱਗਣਾ ਹੋ ਰਿਹਾ ਸੀ ਉਹਦੇ ਵਿੱਚ ਆਪਾਂ ਨੂੰ ਕੋਈ ਵੀ 3 ਆਈਡੈਂਟੀਟੀਜ਼ ਵਿੱਚੋਂ ਕੋਈ ਵੀ ਇੱਕ ਆਈਡੈਂਟੀਟੀ ਪੁੱਛ ਸਕਦੇ ਹੋ। ਫੋਰਥ ਹੈ ਜੀ ਜਿਹੜੇ ਆਪਾਂ ਹਰ ਇੱਕ ਥਾਂ 'ਤੇ ਯੂਜ਼ ਕਰਾਂਗੇ ਮੰਨ ਲਓ ਪ੍ਰਿੰਸੀਪਲ ਆਪਾਂ ਨੂੰ ਦਿੱਤਾ ਹੈ ਜੀ 2000 ਰੇਟ ਮੰਨ ਲਓ ਜੀ ਆਪਣੀ 10% ਹੈ ਰੇਟ ਮੰਨ ਲਓ ਜੀ 10% ਹੈ ਟਾਈਮ ਹੈਗਾ ਜੀ 2 ਸਾਲ। ਟਾਈਮ ਕਿੰਨਾ ਹੈ ਜੀ 2 ਸਾਲ ਹੈ। ਆਪਾਂ ਨੂੰ ਕੀ ਪੁੱਛਿਆ ਜੀ ਆਪਾਂ ਨੂੰ ਇੱਕ ਤਾਂ ਪੁੱਛਿਆ ਜੀ ਇਹਨੇ ਕੰਪਾਊਂਡ ਇੰਟਰਸਟ ਪੁੱਛ ਲਿਆ ਜੀ ਮੰਨ ਲਓ ਕੰਪਾਊਂਡ ਇੰਟਰਸਟ ਕੀ ਹੋਏਗਾ। ਦੂਜਾ ਇਹਨੇ ਪੁੱਛ ਲਿਆ ਜੀ ਆਪਾਂ ਨੂੰ ਸਿੰਪਲ ਇੰਟਰਸਟ ਕੀ ਹੋਏਗਾ। ਤੀਸਰਾ ਇਹਨੇ ਪੁੱਛ ਲਿਆ ਜੀ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਤੇ ਸਿੰਪਲ ਇੰਟਰਸਟ ਦਾ ਡਿਫਰੈਂਸ ਕਿੰਨਾ ਹੋਏਗਾ ਅੰਤਰ ਕਿੰਨਾ ਹੋਏਗਾ। ਇਹਨੂੰ ਬਾਈ ਟਰੀ ਮੈਥਡ ਕਰਾਂਗੇ। ਟਰੀ ਮੈਥਡ ਦੇਖੋ ਕੀ ਹੁੰਦਾ ਇਹਨੂੰ ਧਿਆਨ ਨਾਲ ਦੇਖਿਓ ਤੁਸੀਂ ਇੱਕ ਵਾਰ ਸਮਝ ਲਿਓ ਵੀ ਆਰ 10% ਸਭ ਤੋਂ ਪਹਿਲਾਂ ਆਪਾਂ ਆਰ ਨੂੰ ਚੇਂਜ 10% ਦਾ ਮਤਲਬ ਕੀ ਹੁੰਦਾ ਜੀ 10/100 ਇਹਨੂੰ ਸਿੰਪਲੀਫਾਈ ਕਰੋਗੇ ਮੀਨਸ ਆਰ ਕਿੰਨਾ ਆ ਗਿਆ ਜੀ 1/10 1/10 ਆ ਗਈ। ਜਿਹੜੀ ਡਿਨੋਮੀਨੇਟਰ ਦੇ ਵਿੱਚ ਜੋ ਵੀ ਰਕਮ ਆ ਜਾਏਗੀ ਜਿੰਨਾ ਟਾਈਮ ਹੈ 2 ਸਾਲ ਹੈ ਤਾਂ 10 ਨੂੰ ਆਪਾਂ 2 ਵਾਰ ਕੀ ਕਰ ਦਾਂਗੇ ਜੀ ਮਲਟੀਪਲਾਈ ਕਰ ਦਾਂਗੇ ਮੀਨਸ 100 ਆਪਣਾ ਕੀ ਬਣ ਗਿਆ ਜੀ ਪ੍ਰਿੰਸੀਪਲ ਬਣ ਗਿਆ ਜੀ। ਉਸ ਨੂੰ ਆਪਾਂ ਕੀ ਮੰਨ ਲੈਣਾ ਜੀ ਪ੍ਰਿੰਸੀਪਲ ਮੰਨ ਲੈਣਾ ਪ੍ਰਿੰਸੀਪਲ ਸਮ ਮੰਨ ਲੈਣਾ। ਟਾਈਮ 2 ਸਾਲ ਹੈ ਜੀ ਪਹਿਲੇ ਸਾਲ ਦਾ ਵਿਆਜ ਕੀ ਹੋਏਗਾ ਸਿੱਧਾ ਤੁਸੀਂ ਪ੍ਰਿੰਸੀਪਲ ਨੂੰ ਦਰ ਦੇ ਨਾਲ ਗੁਣਾ ਕਰ ਦਰ ਕਿੰਨੀ ਜੀ 1/10 ਹੈ। ਪਹਿਲੇ ਸਾਲ ਲਈ ਵੀ 1/10 ਲੱਗੇਗੀ ਦੂਜੇ ਸਾਲ ਲਈ ਵੀ ਕਿੰਨੀ ਲੱਗੇਗੀ ਜੀ 1/10 ਲੱਗੇਗੀ। ਪਹਿਲੇ ਸਾਲ ਦਾ ਵਿਆਜ ਕਿੰਨਾ ਹੋਇਆ 10 ਹੋਇਆ ਜੀ 100 ਨੂੰ 1/10 ਨਾਲ ਗੁਣਾ ਕਰੋਗੇ 10 ਆਏਗਾ ਜੀ। ਉਵੇਂ ਦੂਜੇ ਸਾਲ ਦਾ ਵੀ ਵਿਆਜ ਹੋਏਗਾ 100 ਨੂੰ 1/10 ਨਾਲ ਗੁਣਾ ਕਰੋਗੇ ਕੀ ਆਏਗਾ ਜੀ 10 ਆਏਗਾ। ਹੁਣ ਦੇਖੋ ਜੀ ਇਹ ਦੋਨੇ ਚੀਜ਼ਾਂ ਕੀ ਬਣ ਗਈਆਂ ਜੀ ਆਪਣੀਆਂ ਸਿੰਪਲ ਇੰਟਰਸਟ। ਇਹ ਦੋਨੇ ਚੀਜ਼ਾਂ ਕੀ ਨੇ ਆਪਣੀਆਂ ਸਿੰਪਲ ਇੰਟਰਸਟ ਨੇ ਜੀ। ਹੁਣ ਕੀ ਹੁੰਦਾ ਜੀ ਜਿਹੜਾ ਸਿੰਪਲ ਇੰਟਰਸਟ ਪਹਿਲੇ ਸਾਲ ਦਾ ਆਪਾਂ ਨੂੰ ਵਿਆਜ ਲੱਗਿਆ ਇਹ ਦੂਜੇ ਸਾਲ ਵੀ ਇਹਦੇ ਉੱਤੇ ਕੀ ਹੁੰਦਾ ਸਿਰਫ ਕੰਪਾਊਂਡ ਇੰਟਰਸਟ ਕੀ ਹੁੰਦਾ ਜੀ ਵਿਆਜ ਤੇ ਵਿਆਜ। ਹੁਣ ਇਸੇ ਵਿਆਜ ਤੇ ਆਪਾਂ ਨੂੰ ਦੂਜੇ ਸਾਲ 'ਚ ਵੀ ਵਿਆਜ ਮਿਲੂਗਾ ਜਿਹੜਾ ਕੀ ਹੋਊਗਾ ਇਸੇ ਦਾ 1/10 ਹੋਊਗਾ ਜੀ। 10 ਦਾ 1/10 ਕਰਾਂਗੇ ਜੀ 10 ਦਾ 1/10 ਕਰਾਂਗੇ ਕੀ ਆਊਗਾ 1 ਆਊਗਾ। 10 ਦਾ 1/10 ਕਰਾਂਗੇ ਜੀ ਕੀ ਆਊਗਾ ਜੀ 1 ਆਊਗਾ। ਜਿਹੜੀਆਂ ਇਹ 3 ਚੀਜ਼ਾਂ ਹੋ ਜਾਣਗੀਆਂ ਜੀ ਇਹਨਾਂ ਤਿੰਨੇ ਚੀਜ਼ਾਂ ਦੇ ਕੰਬੀਨੇਸ਼ਨ ਨੂੰ ਆਪਾਂ ਕੀ ਕਹਾਂਗੇ ਜੀ ਕੰਪਾਊਂਡ ਇੰਟਰਸਟ। ਇਹਨਾਂ ਤਿੰਨਾਂ ਚੀਜ਼ਾਂ ਦੇ ਕੰਬੀਨੇਸ਼ਨ ਨੂੰ ਆਪਾਂ ਕੀ ਕਹਾਂਗੇ ਜੀ ਕੰਪਾਊਂਡ ਇੰਟਰਸਟ ਕਹਾਂਗੇ। ਠੀਕ ਹੈ ਜੀ।
ਪਹਿਲੇ ਸਾਲ ਦਾ 10 ਸੀ, ਦੂਜੇ ਸਾਲ ਦਾ ਵੀ 10 ਸੀ। ਇਹ ਕੀ ਹੋਇਆ ਜੀ, ਕੰਪਾਊਂਡ ਸਿੰਪਲ ਇੰਟਰਸਟ ਹੋਇਆ। ਵਿਆਜ ਤੇ ਵਿਆਜ ਲਾਤਾ ਜੀ, ਦੂਜੇ ਸਾਲ ਇਸੇ ਸਧਾਰਨ ਵਿਆਜ ਨੂੰ ਗਾਹਾਂ ਜਾਊਗੀ ਰਕਮ, ਵਿਆਜ ਤੇ ਵਿਆਜ ਲੱਗੂਗਾ ਤੇ 1 ਰੁਪਿਆ ਇਹ ਆ ਗਿਆ ਜੀ। ਇਹ ਤਿੰਨੇ ਚੀਜ਼ਾਂ ਨੂੰ ਜੇਕਰ ਆਪਾਂ ਜੋੜਾਂਗੇ ਉਹ ਕੀ ਬਣ ਜਾਊਗਾ ਜੀ, ਆਪਣਾ ਕੰਪਾਊਂਡ ਇੰਟਰਸਟ ਆ ਜਾਊਗਾ। ਠੀਕ, ਕਲੀਅਰ ਹੈ ਜੀ। ਹੁਣ ਦੇਖੋ ਆਪਾਂ ਨੂੰ ਗਿਵਨ ਕੀ ਸੀ, ਆਪਾਂ ਨੂੰ ਗਿਵਨ ਸੀਗਾ ਪ੍ਰਿੰਸੀਪਲ ਕਿੰਨਾ ਹੈ ਜੀ 2000। ਆਪਾਂ ਨੂੰ ਪਤਾ ਹੈ ਪ੍ਰਿੰਸੀਪਲ ਕਿੰਨਾ ਹੈ ਜੀ 2000, ਪ੍ਰਿੰਸੀਪਲ 2000 ਹੈ ਜੀ। ਪਰ ਆਪਾਂ ਕਿੰਨਾ ਮੰਨੇ ਜੀ 100, ਪਰ ਆਪਾਂ ਕਿੰਨਾ ਮੰਨ ਕੇ ਚੱਲੇ 100 ਮੀਨਸ ਆਪਣਾ 1 ਬਰਾਬਰ ਕਿਹਦੇ ਹੈ ਜੀ, ਆਪਣਾ 1 ਬਰਾਬਰ ਕਿਹਦੇ ਹੈ ਜੀ 20 ਦੇ, ਆਪਣਾ 1 ਬਰਾਬਰ ਕਿਹਦੇ ਹੈ ਜੀ 20 ਦੇ। ਹੁਣ ਆਪਾਂ ਨੂੰ ਪੁੱਛਿਆ ਕਿ ਜੀ ਕੰਪਾਊਂਡ ਇੰਟਰਸਟ, ਕੰਪਾਊਂਡ ਇੰਟਰਸਟ ਕੀ ਹੈ, ਦਿਸ ਪਲੱਸ ਦਿਸ ਪਲੱਸ ਦਿਸ, ਇਹਨਾਂ ਤਿੰਨਾਂ ਦਾ ਜੋੜ ਜੀ। ਕੰਪਾਊਂਡ 10 + 10 + 1 20 ਤੇ 1 21 ਹੈ ਜੀ। ਕੰਪਾਊਂਡ ਇੰਟਰਸਟ ਆਪਣਾ ਕੀ ਹੈ 21 ਹੈ, ਪਰ ਆਪਣਾ 1 ਬਰਾਬਰ 20 ਦੇ ਤਾਂ 21 ਬਰਾਬਰ ਕਿਹਦੇ ਹੋਊਗਾ ਜੀ 420 ਦੇ। ਆਪਣਾ ਕੰਪਾਊਂਡ ਇੰਟਰਸਟ ਕਿੰਨਾ ਆ ਗਿਆ 420। ਜੇਕਰ ਸਿੰਪਲ ਇੰਟਰਸਟ ਦੀ ਗੱਲ ਕਰੀਏ, ਸਿੰਪਲ ਇੰਟਰਸਟ ਕੀ ਹੈ ਜੀ 10 + 10, ਸਿੰਪਲ ਇੰਟਰਸਟ ਕੀ ਹੈ 10 + 10 20, ਪਰ ਆਪਣਾ ਇੱਕ ਕਾਹਦੇ ਬਰਾਬਰ ਹੈ ਜੀ 20 ਦੇ, ਮੀਨਸ ਆਪਣਾ ਸਿੰਪਲ ਇੰਟਰਸਟ ਕਿੰਨਾ ਆ ਗਿਆ ਜੀ 400 ਆ ਗਿਆ ਜੀ। ਹੁਣ ਡਿਫਰੈਂਸ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ, ਸਿੰਪਲ ਇੰਟਰਸਟ ਦੀਆਂ ਆਹ ਦੋ ਐਂਟਰੀ, ਕੰਪਾਊਂਡ ਇੰਟਰਸਟ ਤਿੰਨੇ ਨੇ। ਜੇਕਰ ਡਿਫਰੈਂਸ ਦੀ ਗੱਲ ਕਰੀਏ ਕੀ ਹੁੰਦਾ 2 ਸਾਲਾਂ ਦੀ ਹਮੇਸ਼ਾ ਜਿਹੜੀ ਥਲੜੀ ਫਿਗਰ ਹੁੰਦੀ ਹੈ ਇਹਨੂੰ ਆਪਾਂ ਡਿਫਰੈਂਸ ਕਹਿੰਦੇ ਹਾਂ। ਡਿਫਰੈਂਸ ਕਿੰਨੇ ਦਾ ਜੀ 1 ਦਾ, ਡਿਫਰੈਂਸ ਕਿੰਨਾ ਹੈ ਜੀ 1 ਦਾ। ਆਪਣਾ 1 ਬਰਾਬਰ ਕਿਹਦੇ ਹੈ 20 ਦੇ, ਤਾਂ ਡਿਫਰੈਂਸ ਵੀ ਕੀ ਹੈਗਾ ਜੀ 20 ਰੁਪਏ ਦਾ ਆਏਗਾ। ਆਪਾਂ ਉਹ ਵੀ -420 - 400 ਕੀ ਹੈ 20 ਕਰ ਦਾਂਗੇ। ਇੱਕ ਵਾਰ ਤੁਸੀਂ ਫਿਰ ਇਸ ਚੀਜ਼ ਨੂੰ ਦੇਖ ਲਓ ਜੀ, ਜਿਹੜਾ ਡਿਨੋਮੀਨੇਟਰ ਹੈ ਡਿਨੋਮੀਨੇਟਰ ਨੂੰ ਆਪਾਂ ਜਿੰਨਾ ਵੀ ਟਾਈਮ ਪੀਰੀਅਡ ਹੈ ਉਸ ਹਿਸਾਬ ਨਾਲ ਗੁਣਾ ਕਰ ਦੇਂਗੇ, ਆਪਣਾ ਪ੍ਰਿੰਸੀਪਲ ਆ ਜਾਏਗਾ। ਦੈਨ ਪਹਿਲੇ ਸਾਲ ਦਾ ਸਧਾਰਨ ਵਿਆਜ, ਦੂਜੇ ਸਾਲ ਦਾ ਸਧਾਰਨ ਵਿਆਜ, ਫਿਰ ਵਿਆਜ ਤੇ ਵਿਆਜ, ਸੈਕੰਡ ਈਅਰ ਦਾ ਕੰਪਾਊਂਡ ਇੰਟਰਸਟ। ਇੱਕ ਵਾਰ ਦੁਬਾਰਾ ਦੇਖ ਲਓ ਫਿਗਰ, ਨੈਕਸਟ ਕਲਾਸ ਦੇ ਵਿੱਚ ਤੁਹਾਨੂੰ 3 ਸਾਲਾਂ ਦੇ ਕੁਐਸਚਨ ਕਰਾਵਾਂਗੇ, ਪਰ ਤੁਹਾਨੂੰ ਟਰੀ ਡਾਇਗਰਾਮ ਨੂੰ ਤੁਸੀਂ ਇੱਕ ਵਾਰ ਸਮਝ ਗਏ, ਤੁਹਾਡੇ ਸਾਰੇ ਸਵਾਲ ਬਹੁਤ ਆਸਾਨ ਹੋ ਜਾਣਗੇ। ਦੁਬਾਰੇ ਦੇਖ ਲਓ ਜੀ, ਟਰੀ ਡਾਇਗਰਾਮ ਦੀ ਨੌਲੇਜ ਲੈ ਲਓ। ਟਰੀ ਡਾਇਗਰਾਮ ਕੀ ਹੁੰਦਾ, ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਨੂੰ ਕੀ ਕਹਿੰਦੇ ਆਪਾਂ, ਟਰੀ ਡਾਇਗਰਾਮ। ਸਭ ਤੋਂ ਪਹਿਲਾਂ ਇੱਥੇ ਤੁਹਾਡੀ ਚੀਜ਼ ਪੀ ਮੰਨੋਗੇ ਜੀ, ਪੀ। ਦੈਨ ਉਧਰ 2 ਰਕਮਾਂ ਬਣਨਗੀਆਂ, ਏ ਮੰਨ ਸਿੰਪਲ ਇੰਟਰਸਟ ਆਊਗਾ ਤੇ ਦੂਜੇ ਸਾਲ ਦਾ ਵੀ ਸਿੰਪਲ 2 ਸਾਲਾਂ ਦਾ ਬਣਾ ਰਿਹਾ ਜੀ ਟਰੀ ਮੈਂ ਇਹ SS। ਇਹ ਦੋਨੇ ਚੀਜ਼ਾਂ ਇੱਕੋ ਜਿਹੀਆਂ ਹੋਣਗੀਆਂ ਕਿਉਂਕਿ ਸਧਾਰਨ ਵਿਆਜ ਹਰ ਇੱਕ ਸਾਲ ਦਾ ਕੀ ਹੁੰਦਾ ਜੀ ਬਰਾਬਰ ਹੁੰਦਾ ਹੈ। ਇਸ ਸਲੈਬ ਨੂੰ ਮੈਂ ਕੀ ਕਹੂੰਗਾ ਸਿੰਪਲ ਇੰਟਰਸਟ ਦੀ ਸਲੈਬ ਆ ਜਾਏਗੀ। ਉਦੋਂ ਬਾਅਦ ਜਿਹੜਾ ਕੰਪਾਊਂਡ ਇੰਟਰਸਟ ਹੈ ਉਹ ਵਿਆਜ ਤੇ ਵਿਆਜ ਹੈ, ਉਹ ਕੀ ਹੈ ਵਿਆਜ ਤੇ ਵਿਆਜ। ਇਹ ਕੀ ਕਰ ਰਹੇ ਤੁਸੀਂ 1/r, ਠੀਕ ਹੈ ਨਾ, ਜਿਹੜਾ 1/r ਰੇਟ ਨਾਲ ਗੁਣਾ ਕਰ ਰਹੇ ਹੋ ਜੀ, ਪ੍ਰਿੰਸੀਪਲ ਦੀ ਰੇਟ ਨਾਲ ਕੀ ਕਰ ਰਹੇ ਹੋ ਜੀ ਗੁਣਾ ਕਰ ਰਹੇ ਹੋ। ਉਦੋਂ ਬਾਅਦ ਸਿੰਪਲ ਇੰਟਰਸਟ ਵਿਆਜ ਤੇ ਵਿਆਜ ਲਾਉਂਗੇ, ਉਹ ਵੀ ਕੀ ਆਏਗਾ ਕੰਪਾਊਂਡ ਇੰਟਰਸਟ ਆਊਗਾ। ਮੰਨ ਲਓ ਕੋਈ ਸੀ ਆ ਗਈ ਤਾਂ ਇਹਦੇ ਵਿੱਚ ਪ੍ਰਿੰਸੀਪਲ ਕਿੰਨਾ ਜੀ, ਇਹਨੂੰ ਪ੍ਰਿੰਸੀਪਲ ਕਹਾਂਗੇ, ਇਹਨੂੰ ਸਿੰਪਲ ਇੰਟਰਸਟ ਕਹਾਂਗੇ। ਤੇ ਜੇਕਰ ਇਹਨਾਂ S+S+C ਦੀ ਗੱਲ ਕਰਾਂਗੇ ਕੀ ਬਣ ਜਾਏਗਾ ਜੀ ਕੰਪਾਊਂਡ ਇੰਟਰਸਟ ਬਣ ਜਾਏਗਾ। ਤੇ ਜੇਕਰ ਡਿਫਰੈਂਸ ਦੀ ਗੱਲ ਕਰਾਂਗੇ, ਡਿਫਰੈਂਸ ਕੀ ਹੈ ਜੀ C ਹੈ। ਇਹਨਾਂ ਸਾਰੀਆਂ ਚੀਜ਼ਾਂ ਤੁਹਾਨੂੰ ਗਿਆਨ ਹੋਣਾ ਚਾਹੀਦਾ ਜੀ। ਨੈਕਸਟ ਆਪਾਂ ਨੈਕਸਟ ਕਲਾਸ ਦੇ ਵਿੱਚ ਮਿਲਦੇ ਹਾਂ। ਉਮੀਦ ਕਰਦਾ ਤੁਸੀਂ ਇਸ ਕਲਾਸ ਨੂੰ ਪਸੰਦ ਕਰੋਗੇ।